ਦਾ ਭਾਵ ਕੀ ਆ ਸਿੱਖਾਂ ਨੂੰ ਇੱਥੇ ਬਾਰ-ਬਾਰ ਇੱਥੇ ਜਿਤਾਇਆ ਜਾਂਦਾ ਵੀ ਤੁਸੀਂ ਭੁੱਲ ਜਾਓ ਇੱਥੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਅਦਾਲਤ ਤੁਹਾਨੂੰ ਇਨਸਾਫ ਨਹੀਂ ਦੇਣਗੇ। ਇਹ ਸਾਡੇ ਨਾਲ ਕਿਉਂ ਹੋ ਰਿਹਾ? ਰਾਜਾ ਜਦੋਂ ਬਘਿਆੜ ਬਣ ਜਾਂਦਾ ਉਹਦਾ ਪ੍ਰਸ਼ਾਸਨ ਆ ਜਿਹੜਾ ਕੁੱਤਿਆਂ ਦੀ ਤਰ੍ਹਾਂ ਕੰਮ ਕਰਦਾ, ਲੋਕਾਂ ਨੂੰ ਨੋਚਦਾ। ਹੁਣ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਰਾਜਨੀਤਿਕ ਲੀਡਰਾਂ ਦੇ ਵੀਕ ਪੁਆਇੰਟ ਆ ਪ੍ਰਸ਼ਾਸਨ ਕੋਲ ਆ। ਇਹ ਪ੍ਰਸ਼ਾਸਨ ਨੂੰ ਬਚਾਉਣ ਤੱਕ ਸਟੇਟ ਜਿਹੜੇ ਮਰਜ਼ੀ ਪੱਧਰ ਤੇ ਜਾਣਾ ਪਵੇ ਜਾਂਦੀ ਆ। ਹੁਣ ਜੇ ਉਹਨਾਂ ਨੂੰ ਪੁਲਿਸ ਅਫਸਰਾਂ ਨੂੰ ਇਹ ਨਹੀਂ ਬਚਾਊਗੀ ਤਾਂ ਪੁਲਿਸ ਅਫਸਰ ਸਾਰੀਆਂ ਉਹਨਾਂ ਦੀਆਂ ਗੱਲਾਂ ਦੱਸਣਗੇ ਵੀ ਤੁਹਾਡੇ ਕਹਿਣ ਤੇ ਇਸ ਤਾਂ ਕਰਿਆ। ਪੁਲਿਸ ਨੇ ਕੀਤਾ ਉਹ ਸਮੇਤ ਸੈਣੀ, ਚਰਨਜੀਤ ਸ਼ਰਮਾ, ਇਹ ਸਾਰਿਆਂ ਦੀ ਮਿਲੀ ਭੁਗਤਣਾ। ਪੁਲਿਸ ਜਿਹੜੀ ਆ ਉਹ ਇਹ ਗੱਲ ਕਹਿੰਦੀ ਹੈ ਕਿ ਉਧਰੋਂ ਅਟੈਕ ਹੋਇਆ, ਸਿੱਖ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਅਟੈਕ ਪੁਲਿਸ ਵਾਲੇ ਪਾਸਿਓਂ ਕੀਤਾ ਗਿਆ। ਵੀ ਅਣਪਛਾਤੀ ਪੁਲਿਸ ਆਈ, ਅਣਪਛਾਤੀ ਪੁਲਿਸ ਵਾਲੇ ਆ ਜਿਹੜੇ ਫਾਇਰਿੰਗ ਕਰ ਗਏ, ਅਣਪਛਾਤੀ ਰੌਂਦ ਚੱਲ ਗਈ, ਅਣਪਛਾਤੇ ਨੇ ਬੰਦੇ ਮਾਰਤੇ। ਹੁਣ ਕੀ ਆ ਇਹ ਸਿਸਟਮ ਆ ਜਿਹੜੀ ਸਟੇਟ ਆ ਆਪਦੇ ਸੈਣੀਆਂ ਨੂੰ ਬਚਾਉਣ ਦੇ ਲਈ, ਆਪਦੇ ਸ਼ਰਮਿਆਂ ਨੂੰ ਬਚਾਉਣ ਦੇ ਲਈ ਇਹ ਕੁਛ ਕਰ ਰਹੀ ਆ। ਲੋਕਾਂ ਦੀ ਕਚਹਿਰੀ ਲਾ ਕੇ ਉਹਨਾਂ ਨੂੰ ਪੁੱਛ ਗਏ ਵੀ ਤੁਸੀਂ 4 ਸਾਲਾਂ 'ਚ ਕੀ ਫੈਸਲਾ ਦਿੱਤਾ। ਕੈਪਟਨ ਨੂੰ ਵੀ ਪੁੱਛ ਗਏ, ਬਾਦਲ ਨੂੰ ਵੀ ਪੁੱਛ ਗਏ। ਸਵੇਰੇ ਜਦੋਂ 5-5:30 ਵਜੇ ਜਾਪ ਸਾਹਿਬ ਦਾ ਪਾਠ ਹੋ ਰਿਹਾ ਸੀ, ਵੀਡੀਓ ਵੇਖ ਲਓ, ਗੋਲੀਆਂ ਚਲਾਉਣ ਤੋਂ ਪਹਿਲਾਂ ਸਵੇਰ ਦੀ ਚਾਹ ਵਰਤ ਰਹੀ ਆ, ਚਾਹ ਦੇ ਨਾਲ ਬਿਸਕੁਟ ਵਰਤ ਰਹੇ ਆ, ਪੰਗਤਾਂ ਲੱਗੀਆਂ ਹੋਈਆਂ, ਉੱਥੇ ਪੁਲਿਸ ਵਾਲੇ ਵੀ ਬੈਠੇ। ਜਿਹੜੇ ਪੁਲਿਸ ਵਾਲਿਆਂ ਨੇ ਸਿੱਖਾਂ ਨੂੰ ਕੁੱਟਿਆ ਮਾਰਿਆ ਉਹੀ ਪੁਲਿਸ ਵਾਲੇ ਇੱਦਾਂ ਹੱਥ ਕਰਦੇ ਆ, ਸਿੱਖ ਬਿਸਕੁਟਾਂ ਦਾ ਪੈਕਟ ਦੇ ਦਿੰਦੇ ਆ, ਚਾਹ ਦੀ ਪਿਆਲੀ ਉਹਨਾਂ ਨੂੰ ਦੇ ਦਿੰਦੇ ਆ। ਕਿਹਾ ਸੀ ਵੀ ਸਿੱਖਾਂ ਨੂੰ ਕਤਲ ਕਰਨ ਵਾਲੇ ਜੇਲ੍ਹਾਂ 'ਚ ਹੋਣਗੇ, ਕਿ ਜੇਲ੍ਹਾਂ 'ਚ ਹੋ ਗਏ? ਜੇ ਸਾਡੇ ਕੋਲ ਹਥਿਆਰ ਸੀਗੇ ਸਾਥੋਂ ਫੜੇ ਜ਼ਬਤ ਕੀਤੇ, ਦਿਖਾਉਣ ਰਿਕਾਰਡ। ਬਾਈਬਲ ਕਲਾ ਕੋਟਕਪੂਰਾ ਦੇ ਵਿੱਚ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ ਇੱਕ ਵਾਰ ਫਿਰ ਹੁਣ ਮੁੱਦਾ ਜਿਹੜਾ ਉਹ ਗਰਮਾਉਣ ਲੱਗਿਆ। ਬੇਅਦਬੀ ਹੋਵੇ ਚਾਹੇ ਗੋਲੀकांड ਹੋਵੇ, ਉਸ ਦੇ ਇਨਸਾਫ ਦੀ ਮੰਗ ਇੱਕ ਵਾਰ ਫਿਰ ਉੱਠਣ ਲੱਗੀ ਹੈ। ਔਰ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਨਾਲ ਦੀ ਨਾਲ ਹੀ ਸਿਆਸੀ ਆਗੂ ਜਿਹੜੇ ਆ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰਣਨੀਤੀ ਉਲੀਕੀ ਜਾਏਗੀ ਕਿ ਕਿਸ ਤਰ੍ਹਾਂ ਇਸ ਦਾ ਇਨਸਾਫ ਲਿਆ ਜਾਏ। ਪਰ ਗੱਲ ਇਹ ਹੈ ਕਿ ਕੋਟਕਪੂਰਾ ਤੇ ਬਾਈਬਲ ਕਲਾਂ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਹੂਬਹੂ ਉਹੀ ਬਿਆਨ ਕਰ ਸਕਦਾ ਜੋ ਉਸ ਮੌਕੇ ਦੇ ਉੱਤੇ ਉੱਥੇ ਮੌਜੂਦ ਸੀ। ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਜਿਹੜੀ ਸਿੱਖ ਸੰਗਤ ਉੱਥੇ ਬੈਠੀ ਸੀਗੀ ਉਹਨਾਂ ਦੇ ਵੱਲੋਂ ਪਹਿਲਾਂ ਪੁਲਿਸ ਦੇ ਉੱਤੇ ਅਟੈਕ ਕੀਤਾ ਗਿਆ, ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉੱਥੇ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਵਿੱਚ 2 ਸਿੱਖ ਜਿਹੜੇ ਆ ਉਹ ਸ਼ਹੀਦ ਹੋ ਗਏ। ਪਰ ਪੁਲਿਸ ਜਿਹੜੀ ਆ ਉਹ ਇਹ ਗੱਲ ਕਹਿੰਦੀ ਹੈ ਕਿ ਉਧਰੋਂ ਅਟੈਕ ਹੋਇਆ, ਸਿੱਖ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਅਟੈਕ ਪੁਲਿਸ ਵਾਲੇ ਪਾਸਿਓਂ ਕੀਤਾ ਗਿਆ। ਪਰ ਅਸਲ ਮਸਲਾ ਕੀ ਹੈ, ਇਸ ਦੇ ਵਿੱਚ ਹੈ ਕੀ ਹੈ, ਕਿਉਂ ਇਸ ਦੇ ਵਿੱਚ ਅਸਲ ਦੋਸ਼ੀ ਹੈ, ਇਹ ਜਾਣਨ ਦੇ ਲਈ ਅਸੀਂ ਗੱਲਬਾਤ ਕਰਦੇ ਹਾਂ ਜੋ ਉੱਥੇ ਮੌਜੂਦ ਸੀਗੇ ਮੌਕੇ 'ਤੇ। ਭਾਈ ਹਰਜੀਤ ਸਿੰਘ ਡਪਾਲੀ ਇੱਥੇ ਸਾਡੇ ਨਾਲ ਨੇ, ਸਿੱਖ ਪ੍ਰਚਾਰਕ ਨੇ, ਉਹ ਉਸ ਮੌਕੇ ਦੇ ਉੱਤੇ ਮੌਜੂਦ ਸੀ ਜਦੋਂ ਇਹ ਸਾਰਾ ਕੁਝ ਘਟਨਾ ਜਿਹੜੀ ਆ ਉਹ ਵਾਪਰੀ ਹੈ। ਭਾਈ ਸਾਹਿਬ, ਅੱਜ ਇਹ ਗੱਲ ਉੱਠਦੀ ਹੈ ਕਿ ਸਿੱਖ ਸੰਗਤ ਜਿਹੜੀ ਉੱਥੇ ਬੈਠੀ ਹੈ ਉਹਨਾਂ ਦੇ ਵੱਲੋਂ ਪਹਿਲਾਂ ਹਿੰਸਕ ਰੂਪ ਅਖਤਿਆਰ ਕੀਤਾ ਗਿਆ, ਬਾਅਦ ਦੇ ਵਿੱਚ ਪੁਲਿਸ ਨੇ ਜਿਹੜੀਆਂ ਉਹ ਗੋਲੀਆਂ ਚਲਾਈਆਂ। ਸਾਰਾ ਮਸਲਾ ਕੀ ਸੀ? ਤੁਸੀਂ ਉੱਥੇ ਮੌਜੂਦ ਸੀਗੇ, ਘਟਨਾ ਕੀ ਹੈ ਸਾਰੀ? ਹਾਂਜੀ, ਇਸ ਚੈਨਲ ਰਾਹੀਂ ਜੁੜੇ ਹੋਏ ਦੁਨੀਆ ਭਰ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਵੀਰ ਜੀ ਇਹ ਤਾਂ ਨਾ ਹੁਣ ਕਹਿ ਲਓ ਮਤਲਬ ਕਿ ਸਿਸਟਮ ਦੀ ਆਪਣੇ ਪਿਆਦਿਆਂ ਨੂੰ ਬਚਾਉਣ ਦੇ ਲਈ ਇਹ ਘੜੀਆਂ ਹੋਈਆਂ ਕਹਾਣੀਆਂ ਨੇ। ਉੱਥੇ ਜਦੋਂ ਮੋਰਚਾ ਲੱਗਦਾ, ਇੱਕ ਰਾਤ ਪਹਿਲਾਂ ਜਿਹੜਾ ਹੈ ਗ੍ਰਿਫਤਾਰੀ ਦੀ ਪੇਸ਼ਕਸ਼ ਕਰ ਦਿੱਤੀ ਸੀਗੀ ਸਿੱਖ ਸੰਗਤ ਨੇ ਵੀ ਸਾਨੂੰ ਗ੍ਰਿਫਤਾਰੀ ਕਰਕੇ ਲੈ ਜਾਓ। ਨਿਹੱਥੇ ਹੋ ਕੇ ਭਾਈ ਪੰਥਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਮੋਰਚਾ ਲੱਗਿਆ ਹੋਇਆ ਸੀ। ਉਹ ਵੀਡੀਓ ਵੀ ਮੌਜੂਦ ਪਈਆਂ ਨੇ ਸਾਰੀਆਂ ਸੋਸ਼ਲ ਮੀਡੀਆ 'ਤੇ। ਭਾਈ ਪੰਥਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀ ਵੀ ਜੇ ਇਹਦੇ ਕੋਲੇ ਵੀ ਕਿਸੇ ਕੋਲੇ ਸੋਟੀ ਵੀ ਆ, ਚਾਹੇ ਆ ਗਾਤਰੇ ਵਾਲੀ ਕਿਰਪਾਨ ਰੱਖ ਲਓ, ਵੱਡੀ ਕਿਰਪਾਨ ਆ ਜਿਹਦੀ, ਉਹ ਭਾਈ ਜਮ੍ਹਾਂ ਕਰਾ ਦਿਓ। ਹੁਣ ਤੁਸੀਂ ਵੇਖ ਲਓ ਔਨ ਰਿਕਾਰਡ ਆ, ਅੱਜ ਵੀ ਇਹ ਭਾਈ ਪੰਥਪ੍ਰੀਤ ਸਿੰਘ ਉਹਨਾਂ ਦੀਆਂ ਸਟੇਟਮੈਂਟਾਂ ਤੇ ਸਿੱਖ ਸੰਗਤ ਸੋਟੀਆਂ ਕਿਰਪਾਨਾਂ ਉੱਥੇ ਜਮ੍ਹਾਂ ਕਰਾਉਂਦੇ ਦੀਆਂ ਵੀਡੀਓ ਹੈਗੀਆਂ ਨੇ, ਸਾਰਾ ਕੁਝ ਸੋਸ਼ਲ ਮੀਡੀਆ 'ਤੇ ਲੱਭ ਜਾਊਗਾ। ਉਹ ਤੋਂ ਬਾਅਦ ਗ੍ਰਿਫਤਾਰੀ ਲਈ ਪੇਸ਼ ਕਰਤਾ ਸਾਰਿਆਂ ਨੂੰ। ਉਹ ਪੁਲਿਸ ਵਾਲੇ ਕੀ ਕਰਦੇ ਸੀ, ਜਿਹੜਾ ਖੱਟੜਾ ਜੀ ਆਈ ਦੀ ਅਗਵਾਈ ਦੇ ਵਿੱਚ ਗ੍ਰਿਫਤਾਰ ਕਰਦੇ ਸੀ, ਬੱਸਾਂ 'ਚ ਬਿਠਾ ਲੈਂਦੇ ਸੀ। ਅਸੀਂ ਉਹਨਾਂ ਨੇ ਇਹ ਕਮੈਂਟ ਕਿਹਾ ਸੀ ਭਾਈ ਤੁਸੀਂ ਜੇਲ੍ਹਾਂ 'ਚ ਲੈ ਜਾਓ, ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਿਓ। ਉੱਥੋਂ ਬਿਠਾਉਂਦੇ ਸੀਗੇ, ਬੱਸਾਂ ਭਰ ਕੇ ਲੈ ਜਾਂਦੇ ਸੀਗੇ ਸਵੇਰੇ ਅਰਲੀ ਮਾਰਨਿੰਗ, ਅਤੇ ਉਹ ਦੂਰ ਕਿਸੇ ਨੂੰ 15 ਕਿਲੋਮੀਟਰ ਜਾ ਕੇ, ਕਿਸੇ ਨੂੰ 10 ਕਿਲੋਮੀਟਰ ਜਾ ਕੇ ਤਾਰੀ ਜਾਂਦੇ ਸੀਗੇ। ਪਹਿਲੇ ਦਿਨ ਦੀ ਗੱਲ ਉਹ ਤੋਂ ਬਾਅਦ ਜਿਹੜਾ ਹੈਗਾ ਐਂ ਕਰ ਲਾਂਗੇ ਫਿਰ ਸਿੱਖ ਸੰਗਤ ਆ ਕੇ ਬਹਿ ਗਈ। ਉਹ ਤੋਂ ਬਾਅਦ ਉਹ ਗ੍ਰਿਫਤਾਰ ਕੀਤਾ, ਸਾਨੂੰ ਵੱਖ-ਵੱਖ ਥਾਣਿਆਂ 'ਚ ਲੈ ਕੇ, ਮਮਦੋੜ ਥਾਣੇ ਸਾਨੂੰ ਲੈ ਕੇ ਗਏ ਸੀਗੇ। ਭਾਈ ਰਣਜੀਤ ਸਿੰਘ ਜੀ ਢੱਡਰੀਆਂ, ਭਾਈ ਹਰਜਿੰਦਰ ਸਿੰਘ ਜੀ ਮਾਝੀ, ਭਾਈ ਅਮਰੀਕ ਸਿੰਘ ਜੀ ਅਜਨਾਲਾ, ਇਹ ਜਿਹੜੇ ਸੀਗੇ ਨੇ ਹੋਰ ਵੀ ਜਿਹੜੇ ਕਾਫੀ ਉਸ ਟਾਈਮ ਭਾਈ ਸਰਬਜੀਤ ਸਿੰਘ ਧੂੰਦਾ ਵਰਗੇ ਹੋਰ ਜਿਹਨੇ ਕਾਫੀ ਸਿੱਖ ਪ੍ਰਚਾਰਕ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਸਤਨਾਮ ਸਿੰਘ ਚੰਦੜ, ਜਿਹੜੇ ਹੋਰ ਕਾਫੀ ਉੱਥੇ ਵੀਰ ਸੀਗੇ ਹੈ ਨਾ, ਸਾਰਿਆਂ ਨੂੰ ਵੱਖ-ਵੱਖ ਸਾਰੀ ਸੰਗਤ ਨੂੰ ਕਹਿ ਲਓ ਵੱਖ-ਵੱਖ ਜੇਲ੍ਹਾਂ 'ਚ ਥਾਣਿਆਂ 'ਚ ਲੈ ਗਏ। ਹੁਣ ਮੈਨੂੰ ਦੱਸੋ ਵੀ ਜਦੋਂ ਥਾਣਿਆਂ ਦੇ ਵਿੱਚ ਸਾਨੂੰ ਰੱਖਿਆ, ਕੀ ਪੁਲਿਸ ਨੇ ਸਾਤੋਂ ਕੀ, ਜੇ ਸਾਡੇ ਕੋਲ ਹਥਿਆਰ ਸੀਗੇ ਸਾਥੋਂ ਫੜੇ ਜ਼ਬਤ ਕੀਤੇ, ਦਿਖਾਉਣ ਰਿਕਾਰਡ। ਜਦੋਂ ਸਾਨੂੰ ਰੱਖਿਆ ਉਹਨਾਂ ਨੇ ਫਿਰ ਛੱਡਤਾ
ਬਿਨਾਂ ਸ਼ਰਤ ਰਿਹਾ ਕਰਤਾ ਵੀ ਜਾਓ। ਉਹਨਾਂ ਨੂੰ ਐ ਸੀਗਾ ਵੀ ਅਸੀਂ ਇੱਕ ਵਾਰੀ ਧਰਨਾ ਖਿਲਾਰਤਾ, ਬੱਸਾਂ ਭਰ ਕੇ ਕਿਸੇ ਨੂੰ ਮਮਦੋਟ ਲੈ ਗਏ, ਕਿਸੇ ਨੂੰ ਫਿਰੋਜ਼ਪੁਰ ਲੈ ਗਏ, ਕਿਸੇ ਨੂੰ ਮੁਕਤਸਰ ਸਾਹਿਬ ਲੈ ਗਏ, ਕਿਸੇ ਨੂੰ ਬਠਿੰਡੇ ਲੈ ਗਏ। ਤੇ ਉਹ ਸਿੱਖ ਸੰਗਤ ਫਿਰ ਦੁਬਾਰੇ ਜਿਵੇਂ ਜਿਵੇਂ ਬਾਹਰ ਆਈ ਗਈ ਥਾਣਿਆਂ 'ਚੋਂ ਆਪੋ ਆਪਣੇ ਵਹੀਕਲ ਰਾਹੀਂ ਲੈ ਕੇ ਤਾਂ ਪੁਲਿਸ ਸਾਹਿਬ ਦੇ ਵਹੀਕਲਾਂ 'ਤੇ ਗਈ, ਉੱਥੋਂ ਕਹਿੰਦੇ ਵੀ ਆਪਦੇ ਜਿਵੇਂ ਮਰਜ਼ੀ ਜਾਓ, ਵੀ ਉਹਨਾਂ ਦਾ ਖੰਡਾਉਣ ਦਾ ਭਾਵ ਸੀਗਾ। ਪਰ ਸਿੱਖ ਸੰਗਤ 'ਤੇ ਗੁੱਸਾ ਸੀਗਾ, ਰੋਸ ਸੀਗਾ। ਉਹ ਫਿਰ ਹੌਲੀ ਹੌਲੀ ਹੁੰਦੇ ਦੁਪਹਿਰ ਹੁੰਦਿਆਂ ਨੂੰ ਉੱਥੇ ਆ ਗਏ ਜਿਹੜਾ ਕੋਟਕਪੂਰੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ, ਉੱਥੇ ਇਕੱਠੇ ਹੋਏ। ਉੱਥੇ ਆ ਕੇ ਫਿਰ ਆ ਕੇ ਜਿਹੜਾ ਹੈਗਾ ਚੌਂਕ ਦੇ ਵਿੱਚ ਬਹਿ ਗਏ, ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਗਏ। ਉਦੋਂ ਹੋਰ ਵੀ ਕਿਉਂਕਿ ਜਦੋਂ ਗ੍ਰਿਫਤਾਰੀ ਹੋ ਰਹੀ ਸੀ ਉਦੋਂ ਭਾਈ ਬੰਤਪ੍ਰੀਤ ਸਿੰਘ ਉਹਨਾਂ ਨੇ ਵੀਡੀਓ ਵੀ ਵਾਇਰਲ ਕੀਤੀ ਸੀ ਕਿ ਸਾਨੂੰ ਪੁਲਿਸ ਜਿਹੜੀ ਹੈਗੀ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਆ, ਤੇ ਸਿੱਖ ਸੰਗਤਾਂ ਜਿਹੜੀਆਂ ਜਿੱਥੇ ਵੀ ਕਿਤੇ ਹੈਗਾ ਉਹ ਧਰਨਾ ਲਾ ਦਿਓ, ਸੜਕਾਂ ਜਾਮ ਕਰ ਦਿਓ। ਕਿਉਂਕਿ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਗ੍ਰਿਫਤਾਰੀ ਦੇ ਰਹੇ ਸੀਗੇ ਤਾਂ ਉਦੋਂ ਇਹ ਸੀਗਾ ਵੀ ਭਾਈ ਲੈ, ਪਰ ਉਦੋਂ ਕੀ ਸੀ ਗ੍ਰਿਫਤਾਰ ਕਰਦੇ ਨਹੀਂ, ਲੈ ਕੇ ਹੋਰ ਥਾਂ ਛੱਡ ਦਿੰਦੇ ਸੀਗੇ, ਫਿਰ ਉਹ ਧੱਕੇ ਨਾਲ ਲੈ ਕੇ ਜਾ ਰਹੇ ਸੀਗੇ। ਉਦੋਂ ਭਾਈ ਪੰਥਪ੍ਰੀਤ ਸਿੰਘ ਉਹਨਾਂ ਨੇ ਸਟੇਟਮੈਂਟ ਦੀ ਭਾਈ ਜਿੱਥੇ ਵੀ ਕਿਤੇ ਹੈਗਾ, ਜਿੱਥੇ ਕੋਈ ਸਿੱਖ ਪਿਆਰ ਗੁਰੂ ਨੂੰ ਪਿਆਰ ਕਰਨ ਵਾਲਾ ਸੜਕਾਂ ਜਾਮ ਕਰ ਦਿਓ। ਉਹ ਤੋਂ ਬਾਅਦ ਜਦੋਂ ਗ੍ਰਿਫਤਾਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਪੰਜਾਬ 'ਚ ਕੀ ਨਾਲ ਲੱਗਦੀਆਂ ਸਟੇਟਾਂ ਦੇ ਵਿੱਚ ਵੀ ਸੜਕਾਂ ਜਾਮ ਹੋਣ ਲੱਗ ਗਈਆਂ। ਤੇ ਕੋਟਕਪੂਰੇ ਜਦੋਂ ਅਸੀਂ ਦੁਬਾਰੇ ਆ ਕੇ ਬਹਿ ਗਏ, ਫਿਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆ ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕੇ ਉੱਥੇ ਬਹਿ ਗਈ ਪੂਰੇ ਪੀਸਫੁਲੀ। ਹੁਣ ਤੁਸੀਂ ਵੇਖੋ ਵੀਰ ਜੀ ਵੀ ਕਿੰਨੇ ਸ਼ਾਂਤਮਈ ਤਰੀਕੇ ਨਾਲ ਬੈਠੀ ਸੀ ਚੌਂਕ ਦੇ ਵਿੱਚ। ਅੱਜ ਵੀ CCTV ਫੁਟੇਜ ਉੱਥੋਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੈਗੀਆਂ ਨੇ YouTube ਤੇ, ਵੀ ਉੱਥੇ ਦੁਕਾਨਾਂ ਖੁੱਲੀਆਂ ਹੋਈਆਂ ਸੀਗੀਆਂ। ਜੇ ਸਿੱਖ ਭੰਨ ਤੋੜ ਕਰਨ ਵਾਲੇ ਇੱਕ ਵੀ ਦੁਕਾਨ ਵਾਲੇ ਦੇ ਮਿੱਟੀ ਦੀ ਰੋੜੀ ਚੱਕ ਕੇ ਵੀ ਮਾਰੀ ਹੋਵੇ ਕਿਸੇ ਨਾਲ, ਆਵਾਜਾਈ ਵੀ ਚੱਲ ਰਹੀ ਸੀ, ਆਵਾਜਾਈ ਵੀ ਨਹੀਂ ਸੀ ਰੋਕੀ। ਇੱਕ ਪਾਸੋਂ ਆਵਾਜਾਈ ਦਾ ਵੀ ਲਾਂਘਾ ਰੱਖਿਆ ਹੋਇਆ ਸੀਗਾ। ਜੇ ਸਿੱਖ ਹਿੰਸਕ ਸੀਗੇ, ਸਵੇਰੇ ਜਦੋਂ 5-5:30 ਵਜੇ ਜਾਪ ਸਾਹਿਬ ਦਾ ਪਾਠ ਹੋ ਰਿਹਾ ਸੀ, ਵੀਡੀਓ ਵੇਖ ਲਓ, ਗੋਲੀਆਂ ਚਲਾਉਣ ਤੋਂ ਪਹਿਲਾਂ ਸਵੇਰ ਦੀ ਚਾਹ ਵਰਤ ਰਹੀ ਆ, ਚਾਹ ਦੇ ਨਾਲ ਬਿਸਕੁਟ ਵਰਤ ਰਹੇ ਆ, ਪੰਗਤਾਂ ਲੱਗੀਆਂ ਹੋਈਆਂ, ਉੱਥੇ ਪੁਲਿਸ ਵਾਲੇ ਵੀ ਬੈਠੇ। ਜਿਹੜੇ ਪੁਲਿਸ ਵਾਲਿਆਂ ਨੇ ਸਿੱਖਾਂ ਨੂੰ ਕੁੱਟਿਆ ਮਾਰਿਆ, ਉਹੀ ਪੁਲਿਸ ਵਾਲੇ ਇਦਾਂ ਹੱਥ ਕਰਦੇ ਆ, ਸਿੱਖ ਬਿਸਕੁਟਾਂ ਦਾ ਪੈਕਟ ਦੇ ਦਿੰਦੇ ਆ, ਚਾਹ ਦੀ ਪਿਆਲੀ ਉਹਨਾਂ ਨੂੰ ਦੇ ਦਿੰਦੇ ਆ। ਸਿੱਖਾਂ ਦੀ ਪੰਗਤ ਵਿੱਚ ਹੀ ਬਹਿ ਕੇ ਉਹਨਾਂ ਨੇ ਚਾਹ ਪੀਤੀ ਆ, ਬਿਸਕੁਟ ਖਾਧੇ ਆ। ਤੇ ਉਹ ਤੋਂ ਬਾਅਦ ਜਦੋਂ ਜਾਪ ਸਾਹਿਬ ਦਾ ਪਾਠ ਹੋ ਰਿਹਾ, ਅੱਜ ਵੀ ਉਹ ਵੀਡੀਓ ਹੈਗੇ ਨੇ, ਹੌਲੀ ਹੌਲੀ ਉਹਨਾਂ ਨੇ ਘੇਰਾ ਪਾਉਣਾ ਸ਼ੁਰੂ ਕਰਤਾ। ਜਾਪ ਸਾਹਿਬ ਦਾ ਪਾਠ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਉਹ ਪਾਠ ਕਰ ਰਹੇ ਸੀ, ਕਿ ਬਾਕੀ ਸੰਗਤ ਦੇ ਰੂਪ 'ਚ ਬੈਠੀ ਸੰਗਤ ਸੁਣ ਰਹੀ ਸੀ। ਤੇ ਉਹਨਾਂ ਨੇ ਯਕਦਮ ਘੇਰਾ ਪਾ ਕੇ ਕੁੱਟਣਾ ਸ਼ੁਰੂ ਕਰਤਾ, ਲਾਠੀ ਚਾਰਜ ਕੀਤਾ। ਕਿਸੇ ਵੀ ਸਿੱਖ ਵੱਲੋਂ ਹੱਥ ਤੱਕ ਨਹੀਂ ਉਠਾਇਆ ਗਿਆ, ਸ਼ਾਂਤਮਈ ਤਰੀਕੇ ਨਾਲ ਬਹਿ ਕੇ ਕੁੱਟਾਂ ਖਾਧੀਆਂ ਨੇ। ਬਾਅਦ 'ਚ ਵੀਡੀਓ ਆਈਆਂ, ਪੁਲਿਸ ਨੇ ਆਪਦੀ ਗੱਡੀ ਵੀ ਆਪ ਫੂਕੀ ਆ, ਤੇ ਸਿੱਖ ਸੰਗਤਾਂ ਦੇ ਵਹੀਕਲ ਆ ਜਿਹੜੇ ਉਹ ਵੀ ਮਚਾਏ ਆ। ਸਾਰਾ ਕੁਝ ਇਹਨਾਂ ਨੇ ਸਿੱਖ ਨੇ ਜਿਹੜਾ ਹੈਗਾ ਪੁਲਿਸ ਨੇ ਕੀਤਾ। ਉਹ ਸਮੇਧ ਸੈਣੀ, ਚਰਨਜੀਤ ਸ਼ਰਮਾ, ਇਹ ਸਾਰਿਆਂ ਦੀ ਮਿਲੀ ਭੁਗਤਣਾ। ਪਰ ਹੁਣ ਅਦਾਲਤ ਦੇ ਵਿੱਚ ਜਿਹੜੀਆਂ ਵੀਡੀਓ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਸਿੱਖ ਸੰਗਤ ਜਿਹੜੀ ਅਹਿੰਸਕ ਹੋਈ, ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ, ਜਾਂ ਫਿਰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਉਹਨਾਂ ਨੂੰ ਖਦੇੜਨ ਦੇ ਲਈ ਕਾਰਵਾਈ ਕੀਤੀ ਗਈ ਹੈ, ਉਸ ਵੀਡੀਓ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਔਰ ਕੀ ਲੱਗਦਾ ਕਿ ਉਸ ਤਰ੍ਹਾਂ ਦੀਆਂ ਵੀਡੀਓ ਹੈਗੀਆਂ? ਕਿਉਂਕਿ ਜਿਹੜੇ ਬਿਆਨ ਤੁਸੀਂ ਦੇ ਰਹੇ ਹੋ ਉਹਦੇ ਮੁਤਾਬਕ ਤਾਂ ਫਿਰ ਸਿੱਖ ਸੰਗਤ ਦੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਜਿਹੜੇ ਆ ਉਹ ਕਈ ਤਰ੍ਹਾਂ ਦੇ ਲੱਗਣਗੇ ਔਰ ਇਹ ਚੀਜ਼ਾਂ ਝੂਠੀਆਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਤੁਸੀਂ ਕਹਿ ਰਹੇ ਹੋ। ਨਹੀਂ ਮੈਂ ਵੀਰ ਜੀ ਜਿਹੜੀਆਂ ਵੀਡੀਓ ਸਾਰੀਆਂ YouTube ਤੇ ਹੈਗੀਆਂ ਨੇ। ਦੂਜੀ ਗੱਲ ਕੀ ਆ, ਮਤਲਬ ਦੇਖੋ ਇੱਥੋਂ ਦਾ ਸਿਸਟਮ ਇਹ ਆ, ਮਤਲਬ ਜਦੋਂ ਵੀ ਇਹਨਾਂ ਨੂੰ ਜਿਹੜੇ ਛੋਟੇ ਕਿਉਂਕਿ ਜਿਹੜੇ ਰਾਜਨੀਤਿਕ ਲੀਡਰ ਆ ਉਹਨਾਂ ਦੇ ਇਸ਼ਾਰੇ 'ਤੇ ਜਿਹੜਾ ਪ੍ਰਸ਼ਾਸਨ ਵਾਲੇ ਆ ਕੰਮ ਕਰਦੇ। ਬਾਣੀ ਦਾ ਫੈਸਲਾ ਰਾਜੇ ਸ਼ੀ ਮੁਕੱਦਮ ਕੁੱਤੇ। ਰਾਜਾ ਜਦੋਂ ਬਘਿਆੜ ਬਣ ਜਾਂਦਾ ਉਹਦਾ ਪ੍ਰਸ਼ਾਸਨ ਆ ਜਿਹੜਾ ਕੁੱਤਿਆਂ ਦੀ ਤਰ੍ਹਾਂ ਕੰਮ ਕਰਦਾ, ਲੋਕਾਂ ਨੂੰ ਨੋਚਦਾ। ਹੁਣ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਰਾਜਨੀਤਿਕ ਲੀਡਰਾਂ ਦੇ ਵੀਕ ਪੁਆਇੰਟ ਆ ਪ੍ਰਸ਼ਾਸਨ ਕੋਲ ਆ। ਇਹ ਪ੍ਰਸ਼ਾਸਨ ਨੂੰ ਬਚਾਉਣ ਤੱਕ ਸਟੇਟ ਜਿਹੜੇ ਮਰਜ਼ੀ ਪੱਧਰ ਤੇ ਜਾਣਾ ਪਵੇ ਜਾਂਦੀ ਆ। ਹੁਣ ਜੇ ਉਹਨਾਂ ਨੂੰ ਪੁਲਿਸ ਅਫਸਰਾਂ ਨੂੰ ਇਹ ਨਹੀਂ ਬਚਾਊਗੀ ਤਾਂ ਪੁਲਿਸ ਅਫਸਰ ਸਾਰੀਆਂ ਉਹਨਾਂ ਦੀਆਂ ਗੱਲਾਂ ਦੱਸਣਗੇ ਵੀ ਤੁਹਾਡੇ ਕਹਿਣ ਤੇ ਇਸ ਤਾਂ ਕਰਿਆ। ਸਭ ਕੁਝ ਉਹਨਾਂ ਦੇ ਰਿਕਾਰਡ 'ਚ ਹੋਏਗਾ। ਇਸ ਲਈ ਕੀ ਸਿਸਟਮ ਕੀ ਕਰਦਾ ਹੁੰਦਾ, ਸਿਸਟਮ ਕਦੇ ਵੀ ਆਪਣੇ ਇਸ ਢਾਂਚੇ ਨੂੰ ਕਦੇ ਵੀ ਆਪਣੇ ਵਿਰੁੱਧ ਨਹੀਂ ਕਰਨਾ ਚਾਹੁੰਦਾ ਹੁੰਦਾ। ਇਸ ਲਈ ਇਹੋ ਜਿਹਾ ਮਤਲਬ ਮਾਹੌਲ ਬਣਾ ਕੇ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਬਰੀ ਕਰਵਾ ਲੈਂਦਾ। ਪਰ ਮਤਲਬ ਮੇਰਾ ਤਾਂ ਇਹ ਮੰਨਣਾ, ਦੇਖੋ ਮੈਂ ਥੋੜ੍ਹੇ ਦਿਨ ਪਹਿਲਾਂ ਵੀ ਆਪਦੇ ਫੇਸਬੁੱਕ ਵਾਲ ਤੇ ਲਿਖ ਕੇ ਪਾਇਆ ਸੀ ਵੀ ਇਸ ਬਰਗਾੜੀ ਵਾਲੇ ਮਸਲੇ ਦੇ ਵਿੱਚੋਂ ਸਿੱਖਾਂ ਨੂੰ ਇਨਸਾਫ ਤਾਂ ਨਹੀਂ ਮਿਲਣਾ, ਪਰ ਰਾਜਨੀਤਿਕ ਲੀਡਰ ਹਰੇਕ ਬਾਰੇ 'ਚ ਵੋਟਾਂ ਕੱਢਣ ਦੀ ਕੋਸ਼ਿਸ਼ ਕਰਿਆ ਕਰਨਗੇ, ਜਿਵੇਂ 84 'ਚ ਹੁੰਦਾ ਆ। ਸਿੱਖਾਂ ਦੇ ਇਸ਼ਟ ਨੂੰ ਗਲੀਆਂ ਚੈਲੰਜ ਕਰਕੇ ਖਿਲਾਰ ਦਿੱਤਾ ਗਿਆ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ, ਲੱਭਿਆ ਨਹੀਂ ਗਿਆ, ਠੀਕ ਹੈ ਜੀ। ਤੇ ਆ ਕਲਿਆਣ ਪਿੰਡ ਆ ਪਟਿਆਲੇ ਦੇ ਕੋਲੇ, ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਆ। ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਤੋਂ ਸਿਰਫ 11 ਕਿਲੋਮੀਟਰ ਦੂਰ ਆ ਕਲਿਆਣ ਪਿੰਡ। ਉੱਥੋਂ ਸਫਰੀ ਸਰੂਪ ਜਿਹੜਾ ਬੜਾ ਛੋਟਾ ਸਰੂਪ ਹੁੰਦਾ, ਦੁਰਲੱਭ ਸਰੂਪ, ਉਹ ਚੋਰੀ ਹੋ ਗਿਆ ਪਿਛਲੇ ਸਾਲ, ਉਹ ਨਹੀਂ ਲੱਭਿਆ ਗਿਆ। ਮਤਲਬ ਕਹਿਣ ਦਾ ਭਾਵ ਕੀ ਹੈ, ਸਿੱਖਾਂ ਨੂੰ ਇੱਥੇ ਬਾਰ-ਬਾਰ ਇੱਥੇ ਜਿਤਾਇਆ ਜਾਂਦਾ ਵੀ ਤੁਸੀਂ ਭੁੱਲ ਜਾਓ, ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦੀ ਅਦਾਲਤ ਤੁਹਾਨੂੰ ਇਨਸਾਫ ਨਹੀਂ ਦੇਣਗੇ। ਇਹ ਸਾਡੇ ਨਾਲ ਕਿਉਂ ਹੋ ਰਿਹਾ? ਕਿਉਂਕਿ ਸਾਡੇ ਰਾਜਨੀਤਿਕ ਲੀਡਰ ਆ ਵੀਰ ਜੀ, ਉਹਨਾਂ ਅੰਦਰ ਇੱਛਾ ਸ਼ਕਤੀ ਨਹੀਂ ਹੈਗੀ ਕੌਮ ਲਈ ਖੜ੍ਹਨ ਲਈ। ਉਹ ਲੋਕ ਆਪਣੇ ਘਰਾਂ ਲਈ, ਆਪਣੇ ਫਾਰਮ ਹਾਊਸ ਬਣਾਉਣ ਲਈ, ਅਦਰ ਸਟੇਟਾਂ ਦੇ ਵਿੱਚ ਪ੍ਰੋਪਰਟੀ ਬਣਾਉਣ ਲਈ, ਆਪਣੇ ਧੀਆਂ ਪੁੱਤਾਂ ਨੂੰ ਵੱਡੇ ਅਹੁਦਿਆਂ 'ਤੇ ਪਹੁੰਚਾਉਣ ਲਈ ਉਹਨਾਂ ਨੇ ਹਥਿਆਰ ਸੁੱਟ ਦਿੱਤੇ ਆ। ਉਹ ਕੌਮ ਦਾ ਫਿਕਰ ਨਹੀਂ ਕਰਦੇ। ਉਹ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਨਾਲੋਂ ਨਿੱਜਤਾ ਉਹਨਾਂ 'ਚ ਭਾਰੂ ਹੋ ਗਈ ਆ। ਤੇ ਸਟੇਟ ਆ ਜਿਹੜੀ ਡੀਪ ਸਟੇਟ ਆ, ਉਹਨੂੰ ਚਲਾਉਣ ਵਾਲੇ ਆ ਜਿਹੜੇ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਜਿਹੜੇ ਪੰਜਾਬ ਦੇ ਰਾਜਨੀਤਿਕ ਆਗੂ ਆ ਉਹਨਾਂ ਦੇ ਅੰਦਰ ਇੱਛਾ ਸ਼ਕਤੀ ਨਹੀਂ ਹੈ। ਜਿਹੜੀ ਅਦਾਲਤ ਜਿਹੜੀ ਵੀਡੀਓ ਦਾ ਜ਼ਿਕਰ ਕਰ ਰਹੀ ਹੈ, ਤੁਹਾਨੂੰ ਲੱਗਦਾ ਕਿ ਉਹ ਵੀਡੀਓ ਜਿਹੜੀ ਹੈ ਉਹਦੇ ਵਿੱਚ ਵਾਕਈ ਇਸ ਤਰ੍ਹਾਂ ਦੇ ਸਬੂਤ ਹੋਣਗੇ ਜਿਹੜੇ ਕਿ ਸਿੱਖ ਸੰਗਤ ਦੇ ਖਿਲਾਫ ਜਾਂਦੇ ਹੋਣਗੇ? ਵੀਰ ਜੀ ਉਹ ਫਿਰ ਜਨਤਕ ਕਰ ਦੇਣ। ਜਿਹੜੀਆਂ ਸਿੱਖ ਸੰਗਤਾਂ ਦੀਆਂ ਵੀਡੀਓ ਤਾਂ ਜਨਤਕ ਆ, ਉਹ ਜਨਤਕ ਕਰ ਦੇਣ। ਹੁਣ ਇਹਨਾਂ ਦਾ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ। ਤੁਸੀਂ ਸਿਆਣੇ ਹੋ, ਪੱਤਰਕਾਰ ਹੋ,
ਪੁਲਿਸ ਨੂੰ ਜਿਹੜਾ ਵੀ ਹਥਿਆਰ ਪ੍ਰੋਵਾਈਡ ਕਰਵਾਇਆ ਜਾਂਦਾ, ਹਰ ਇੱਕ ਪੁਲਿਸ ਅਧਿਕਾਰੀ ਨੂੰ ਕਿੰਨੇ ਰੌਂਦ ਪ੍ਰੋਵਾਈਡ ਕਰਾਇਆ ਜਾਂਦਾ, ਇਕੱਲੇ ਦਾ ਹਿਸਾਬ ਹੁੰਦਾ, ਰਿਕਾਰਡ ਹੁੰਦਾ। ਜਦੋਂ ਪੁਲਿਸ ਤੇ ਸਿੱਖਾਂ ਦੇ ਖਿਲਾਫ ਐਕਸ਼ਨ ਕਰਦੀ ਪੁਲਿਸ, ਪਰਚਾ ਹੁੰਦਾ, ਤੇ ਅਣਪਛਾਤੀ ਪੁਲਿਸ ਵੀ ਅਣਪਛਾਤੀ ਪੁਲਿਸ ਆਈ, ਅਣਪਛਾਤੇ ਪੁਲਿਸ ਵਾਲੇ ਆ ਜਿਹੜੇ ਫਾਇਰਿੰਗ ਕਰ ਗਏ, ਅਣਪਛਾਤੀ ਰੌਂਦ ਚੱਲ ਗਈ, ਅਣਪਛਾਤੇ ਨੇ ਬੰਦੇ ਮਾਰਤੇ। ਹੁਣ ਇੱਥੋਂ ਜਿਹੜੀ ਇਹਨਾਂ ਦੀ ਇੱਛਾ ਸ਼ਕਤੀ ਦਾ ਪਤਾ ਲੱਗਦਾ ਵੀ ਇਹ ਕਿੰਨੇ ਕੁ ਸੁਹਿਰਦ ਨੇ ਕਿ ਪੁਲਿਸ ਅਣਪਛਾਤੀ ਹੁੰਦੀ ਆ। ਠੀਕ ਆ ਨਾ ਜੀ, ਇਹ ਚੱਕਰ ਆ। ਮਤਲਬ ਇਸ ਲਈ ਅੱਛਾ ਚਲੋ ਕਾਨੂੰਨ ਮੁਤਾਬਕ ਹੀ ਮੰਨ ਲਓ ਵੀ ਸਿੱਧੀਆਂ ਹਿੱਕ 'ਚ ਗੋਲੀਆਂ ਮਾਰਨ ਦਾ ਕਿਹਨੇ ਅਧਿਕਾਰ ਦਿੱਤਾ ਹੋਇਆ? ਕਿਹੜਾ ਵੈਪਨ ਸੀਗਾ ਸਿੱਖ ਸੰਗਤ ਦੇ ਕੋਲ, ਕੀ ਸੀਗਾ, ਹੈ ਨਾ? ਤੇ ਜੇ ਫਰਜ਼ ਕਰੋ ਮੰਨ ਵੀ ਲਓ ਕੋਈ ਕਿਤੇ ਹੋ ਗਿਆ, ਪ੍ਰੋਟੈਸਟ ਹੋ ਰਿਹਾ, ਕੋਈ ਹਿੰਸਕ ਹੋ ਗਿਆ ਭੀੜ, ਤਾਂ ਸਭ ਤੋਂ ਕੀ ਪਹਿਲਾਂ ਤਾਂ ਤੁਸੀਂ ਜਿਹੜੀਆਂ ਰਬੜ ਵਾਲੀਆਂ ਗੋਲੀਆਂ ਨੇ ਉਹ ਚਲਾਓ। ਜੇ ਤੁਸੀਂ ਸਿੱਧੀ ਵੀ ਚਲਾਉਣੀ ਹੁੰਦੀ ਹਵਾਈ ਫਾਇਰਿੰਗ ਕਰੋ, ਹਵਾਈ ਫਾਇਰਿੰਗ ਜੇ ਤਾਂ ਤੁਸੀਂ ਪੈਰਾਂ 'ਚ ਗੋਲੀ ਮਾਰੋ, ਹਿੱਕ 'ਚ ਗੋਲੀ ਮਾਰ ਕੇ ਮੁੰਡੇ ਮਾਰਤੇ, ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰੀ ਸਿੰਘ ਹਿੱਕ 'ਚ ਗੋਲੀਆਂ ਮਾਰਤੀਆਂ, ਲਿੰਕ ਰੋਡ ਤੇ ਬੈਠੇ ਮਾਰਤੇ। ਇਹਦਾ ਜਵਾਬ ਕੌਣ ਦੇਊਗਾ? ਵੀ ਇਹ ਕੋਈ ਲਾ, ਇਹ ਕਾਨੂੰਨ ਕਹਿੰਦਾ ਵੀ ਕਿਹੜਾ ਕਾਨੂੰਨ ਕਹਿੰਦਾ ਵੀ ਜੇ ਕੋਈ ਪ੍ਰੋਟੈਸਟ ਕਰ ਰਿਹਾ, ਫਰਜ਼ ਕਰੋ ਹਿੰਸਕ ਵੀ ਹੋ ਗਏ ਵੀਰ ਜੀ, ਹਿੰਸਕ ਵੀ ਹੋਵੇ, ਕਿਹੜਾ ਵੈਪਨ ਆ ਵੀ, ਕਿਹਦੇ ਕੋਲੇ ਵੈਪਨ ਸੀਗਾ? ਜੇ ਉੱਥੇ ਸਿੱਖ ਵੈਪਨ ਲੈ ਕੇ ਬੈਠੇ ਆ ਮੰਨ ਲਓ, ਫਿਰ ਇਹਨਾਂ ਦੀ ਇੰਟੈਲੀਜੈਂਸ ਕੀ ਕਰਦੀ ਆ ਬਈ? ਕਿੱਧਰ ਗਈ ਆ? ਐਡਾ ਵੱਡਾ ਸਿਸਟਮ, ਐਡਾ ਵੱਡਾ ਤਾਣਾ ਬਾਣਾ, ਸਰਕਾਰ ਦੀਆਂ ਅੱਖਾਂ ਤੇ ਕੰਨ ਹੁੰਦਾ ਪ੍ਰਸ਼ਾਸਨ, ਇਹਨਾਂ ਦੀ ਇੰਟੈਲੀਜੈਂਸ ਕਿੱਥੇ ਆ? ਇਹਨਾਂ ਦੀ CID ਕਿੱਥੇ ਆ? ਅਸਲ ਦੇ ਵਿੱਚ ਹੁਣ ਕੀ ਆ, ਇਹ ਸਿਸਟਮ ਆ ਜਿਹੜੀ ਸਟੇਟ ਆ ਆਪਦੇ ਸੈਣੀਆਂ ਨੂੰ ਬਚਾਉਣ ਦੇ ਲਈ, ਆਪਦੇ ਸ਼ਰਮਿਆਂ ਨੂੰ ਬਚਾਉਣ ਦੇ ਲਈ ਇਹ ਕੁਛ ਕਰ ਰਹੀ ਆ। ਇਹ ਕਹਿ ਲਓ ਵੀ ਇਹਨਾਂ ਦੀ ਬੇਈਮਾਨੀ ਆ, ਪਰ ਪ੍ਰਮਾਤਮਾ ਅਕਾਲ ਪੁਰਖ ਔਰੰਗਜ਼ੇਬ ਨੂੰ ਵਰਗੇ ਵੀ ਇੱਥੇ ਰਾਜ ਕਰਕੇ ਚਲੇ ਗਏ। ਆਖਰੀ ਹਾਲਾਤ ਕੀ ਸੀ ਉਹਦੇ? ਇਸੇ ਤਰ੍ਹਾਂ ਇੱਥੇ ਦੁਨਿਆਵੀ ਅਦਾਲਤਾਂ 'ਚੋਂ ਇਹ ਲੋਕ ਭੱਜ ਜਾਂਦੇ ਆ, ਮਾਨਸਾਂ ਕਹਿੰਦੇ ਮਾਣੋ ਕੋਈ ਨੱਸ ਭੱਜ ਨਿਕਲੇ, ਹਰ ਦੇ ਮਾਣੋ ਕੋਈ ਕਿੱਥੇ ਜਾਇਆ। ਇਸ ਲਈ ਉਸ ਮੌਕੇ ਦੇ ਚਸ਼ਮਦੀਦ ਸੀ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਜਿਹੜੀ ਜਾਂਚ ਕੀਤੀ ਗਈ ਹੈ ਕਿ ਉਹਦੇ ਵਿੱਚ ਤੁਹਾਡਾ ਵੀ ਜਿਹੜਾ ਜ਼ਿਕਰ ਹੋਇਆ, ਤੁਹਾਡੇ ਕਿਤੇ ਬਿਆਨ ਦਰਜ ਕੀਤੇ ਗਏ ਜਾਂ ਤੁਹਾਡੇ ਤੋਂ ਕਿਤੇ ਪੁੱਛ ਪੜਤਾਲ ਹੋਈ ਹੈ ਇਸ ਬਾਰੇ, ਜਾਂ ਫਿਰ ਕੋਈ ਹੋਰ SIT ਦੇ ਵਿੱਚ? ਹਾਂਜੀ, ਟੋਟਲੀ ਜਿਸ ਦਿਨ ਤੋਂ ਪਹਿਲੇ ਦਿਨ ਤੋਂ ਇਸ ਇਨਸੀਡੈਂਟ ਤੋਂ ਬਾਅਦ ਜਿੰਨੇ ਵੀ ਕਮਿਸ਼ਨ ਬਣੇ ਆ, ਜਾਂਚਾਂ ਹੋਈਆਂ, SIT ਬਣੀਆਂ, ਹਰ ਇੱਕ ਦੇ ਅਸੀਂ ਅੱਗੇ ਪੇਸ਼ ਹੋਏ ਆ। ਆਪਦੇ ਬਿਆਨ ਆ ਜਿਹੜੇ ਮੈਂ ਹੁਣ ਜੋ ਔਨ ਰਿਕਾਰਡ ਤੁਹਾਨੂੰ ਕਹੇ, ਇਵੇਂ ਰਿਟਨ ਦੇ ਵਿੱਚ, ਚਾਹੇ ਜੋਰਾ ਸਿੰਘ ਕਮਿਸ਼ਨ ਸੀ, ਚਾਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ, ਚਾਹੇ SIT ਕੁੰਵਰ ਵਿਜੇ ਪ੍ਰਤਾਪ ਸਿੰਘ, ਅਸੀਂ ਉਹਨਾਂ ਨੂੰ ਮਤਲਬ ਮਿਲ ਕੇ ਸਾਰੇ ਆਪਦੇ ਬਿਆਨ ਰਿਟਨ ਦੇ ਵਿੱਚ ਐਫੀਡੈਵਿਟ ਦਿੱਤੇ ਨੇ। ਜੇ ਮਤਲਬ ਇਦਾਂ ਬੋਲ ਕੇ ਵੀ ਸਾਰਾ ਕੁਝ ਦਿੱਤਾ ਹੋਇਆ, ਬਿਲਕੁਲ ਆਹੀ ਮਰਦੇ ਦਮ ਤੱਕ ਸਾਡੀਆਂ ਆਹੀ ਸਟੇਟਮੈਂਟਾਂ ਰਹਿਣੀਆਂ, ਕਿਉਂਕਿ ਅਸੀਂ ਹੱਡੀ ਹੰਡਾਇਆ ਸਾਰਾ ਕੁਝ। ਕੁੰਵਰ ਵਿਜੇ ਪ੍ਰਤਾਪ ਵਾਲੀ ਜਿਹੜੀ SIT ਸੀ ਉਸ ਨੂੰ ਲੈ ਕੇ ਬੇਸ਼ੱਕ ਅਦਾਲਤ ਨੇ ਸਵਾਲ ਖੜੇ ਕਰਤੇ, ਉਹਨੂੰ ਖਾਰਜ ਕਰ ਦਿੱਤਾ ਗਿਆ, ਕਿਹਾ ਕਿ ਨਵੀਂ SIT ਬਣਾਈ ਜਾਏ ਔਰ ਉਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨਾ ਹੋਣ। ਤੁਸੀਂ ਉਹਨਾਂ ਦੇ ਕੋਲੇ ਜਾਂਦੇ ਰਹੇ ਹੋ, ਤੁਸੀਂ ਉਸ ਸਾਰੀ ਜਾਂਚ ਨੂੰ ਵੀ ਵੇਖਿਆ, ਜਿਹੜੇ ਗਵਾਹ ਸੀਗੇ ਇਸ ਮਸਲੇ ਦੇ ਵਿੱਚ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਰਹੀ ਹੋਊਗੀ। ਕੀ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਜਾਂਚ ਕੀਤੀ ਹੈ ਉਹ ਬਿਲਕੁਲ ਠੀਕ ਸੀ, ਵਾਜਬ ਸੀ? ਨਹੀਂ, ਬਿਲਕੁਲ ਆਪਣੇ ਵੱਲੋਂ ਦੇਖੋ ਜੀ, ਉਹਨਾਂ ਨੇ ਪੂਰਾ ਨਿੱਠ ਕੇ ਕੰਮ ਕੀਤਾ, ਹੈ ਨਾ ਜੀ। ਜੋ ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੇ ਕੱਲੀ ਗੱਲ ਨੂੰ ਸੁਣਿਆ। ਠੀਕ ਹੈ ਜੀ। ਹੁਣ ਮੈਂ ਦੇਖੋ ਸਵਾਲ ਕਰਦਾ ਵੀ ਚਲੋ ਮੰਨ ਲਓ ਵੀ ਬਾਦਲ ਕੇ ਕਹਿੰਦੇ ਵੀ ਇਹਨੇ ਜਿਹੜਾ ਹੈਗਾ ਜਸਟਿਸ ਰਣਜੀਤ ਸਿੰਘ ਨੇ ਵੀ ਪੱਖਪਾਤ ਕੀਤਾ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਖਪਾਤ ਕੀਤਾ। ਜੋਰਾ ਸਿੰਘ ਦਾ ਕਮਿਸ਼ਨ ਤਾਂ ਇਹਨਾਂ ਨੇ ਆਪ ਬਣਾਇਆ ਸੀਗਾ, ਜਦੋਂ ਜੋਰਾ ਸਿੰਘ ਕਮਿਸ਼ਨ ਤਾਂ ਇਹਨਾਂ ਦੀ ਆਪਦੀ ਸਰਕਾਰ 'ਚ ਬਣਾਇਆ ਸੀ। ਇਹ ਕਹਿੰਦੇ ਹੁਣ ਕਾਂਗਰਸੀ ਸਿੱਟ ਆ ਅਤੇ ਅਕਾਲੀਆਂ ਨੇ ਕਮਿਸ਼ਨ ਬਣਾਇਆ ਸੀ ਜਸਟਿਸ ਜੋਰਾ ਸਿੰਘ ਦਾ। ਜਸਟਿਸ ਜੋਰਾ ਸਿੰਘ ਆਪਦੀ ਕੀਤੀ ਹੋਈ ਪੜਤਾਲ ਦੀ ਰਿਪੋਰਟ ਲੈ ਕੇ ਜਦੋਂ ਮੁੱਖ ਮੰਤਰੀ ਨੂੰ ਸੌਂਪਣ ਗਿਆ ਤੇ ਉਹਨੂੰ ਪੁੱਛਿਆ ਨਹੀਂ, ਬਾਹਰ 'ਚ ਬਹਿ ਕੇ ਮੁੜਿਆ ਆਇਆ, ਉਹ ਡਸਟਬਿਨ ਦੇ ਵਿੱਚ ਸੁੱਟਿਆ ਆਇਆ ਉਹ, ਹੈ ਨਾ। ਇੱਥੋਂ ਪਤਾ ਲੱਗਦਾ ਵੀ ਇਹ ਲੋਕ ਜਿਹੜੇ ਹੈਗੇ ਕਿਵੇਂ, ਜਿਹਦੀ ਕਿਉਂਕਿ ਨਿੱਠ ਕੇ ਕੰਮ ਕਰਦਾ। ਵੈਸੇ ਮੈਨੂੰ ਕਮਿਸ਼ਨ ਸੈੱਟ ਹੁਣ ਨਵੀਂ ਬਣ ਜੂ, 84 ਦੇ ਕਤਲੇਆਮ ਦੇ 16 ਕਮਿਸ਼ਨ ਬਣ ਚੁੱਕੇ ਵੀਰ ਜੀ। ਇਹ ਐਂ ਚੱਲਦਾ ਰਹੂਗਾ, ਇੱਕ ਕਮਿਸ਼ਨ ਬਣ ਗਿਆ, ਵੋਟਾਂ ਨੇੜੇ ਹੋਰ ਦੂਜਾ ਬਣ ਜਾ ਕਰੂ, ਉਹ ਸੈੱਟ 'ਤੇ ਕੋਈ ਐਲੀਗੇਸ਼ਨ ਲੱਗਦਾ ਕਰੂ, ਨਵੀਂ ਸੈੱਟ ਬਣ ਜਾ ਕਰੂ। ਇਹ ਅਸਲ ਦੇ ਵਿੱਚ ਕਹਿ ਲਓ ਸਾਡੇ ਮਾੜੇ ਭਾਗ ਲੈ ਲਓ, ਇੱਥੇ ਕਾਨੂੰਨ ਦਾ ਕਹਿ ਲਓ ਵੀ ਕਿਵੇਂ ਮਜ਼ਾਕ ਉਡਾਇਆ ਜਾ ਰਿਹਾ। ਉਹ ਪੱਟੀ ਜੀ ਬੰਨੀ ਹੁੰਦੀ ਆ ਉੱਥੇ ਅਦਾਲਤ ਦੇ ਵਿੱਚ ਲੱਗੀ, ਉਹਦਾ ਵੈਸੇ ਭਾਵ ਤਾਂ ਉਹ ਇਹ ਲੈਂਦੇ ਆ ਵੀ ਕਾਨੂੰਨ ਕਿਸੇ ਨੂੰ ਦੇਖ ਕੇ ਫੈਸਲਾ ਨਹੀਂ ਕਰਦਾ। ਅਸਲ ਵਿੱਚ ਮਤਲਬ ਸਿੱਖਾਂ ਨਾਲ ਜੋ ਧੱਕਾ ਹੁੰਦਾ ਰਿਹਾ, ਮੈਂ ਤਾਂ ਇਹ ਦੇਖ ਲੈਣਾ ਵੀ ਸਿੱਖਾਂ ਨੂੰ ਕਾਨੂੰਨ ਇਨਸਾਨ ਦੇ ਤੌਰ 'ਤੇ ਵੇਖਦਾ ਹੀ ਨਹੀਂ। ਉਹਨਾਂ ਦੇ ਚਾਹੇ ਇਸਟਰਨ ਰੋਲ ਦਿੱਤਾ ਜਾਵੇ, ਚਾਹੇ ਕੁਝ ਵੀ ਕਰ ਦਿੱਤਾ ਜਾਵੇ, ਇਹ ਬਹੁ ਗਿਣਤੀ ਹੈ ਜਿਹੜੀ ਉਹਦੇ ਮੁਤਾਬਕ ਫੈਸਲੇ ਲਏ ਜਾਂਦੇ ਆ। ਜਿਹੜਾ ਇਹ ਭਰੂਚਾ ਸ਼ਾਇਦ ਉਹਨਾਂ ਦਾ ਸਰਨੇਮ ਸੀਗਾ, ਸੁਪਰੀਮ ਕੋਰਟ ਦੇ ਜੱਜ ਭਰੂਚਾ, ਉਹਨਾਂ ਨੇ ਮੀਡੀਆ 'ਚ ਸਟੇਟਮੈਂਟ ਦਿੱਤੀ ਸੀ ਕਿ ਸੁਪਰੀਮ ਕੋਰਟ ਦੇ ਜੱਜ ਵੀ ਬਹੁਤੇ ਭ੍ਰਿਸ਼ਟ ਹੋ ਚੁੱਕੇ ਆ। ਐਸੇ ਮੋਦੀ ਦੇ ਰਾਜ ਸਰਕਾਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਅਸੀਂ ਸੇਫ ਨਹੀਂ ਹੈਗੇ। ਫਰਵਰੀ 2020 ਦੇ ਵਿੱਚ ਟਰੰਪ ਆਉਂਦਾ, ਕਤਲੇਆਮ ਕੀਤਾ ਜਾਂਦਾ ਮੁਸਲਮਾਨਾਂ ਦਾ ਦਿੱਲੀ ਦੇ ਵਿੱਚ। ਉੱਥੇ ਦਿੱਲੀ ਹਾਈ ਕੋਰਟ ਦਾ ਜੱਜ ਭਾਜਪਾ ਦੇ ਮੌਜੂਦਾ MLA ਨੂੰ ਕਟਹਿਰੇ 'ਚ ਖੜਾ ਕਰਦਾ ਵੀ ਇਹ ਤੇ FIR ਕਰੋ। ਰਾਤ ਉਸ ਜੱਜ ਦੀ ਦਿੱਲੀ ਹਾਈ ਕੋਰਟ 'ਚੋਂ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਜਾਂਦਾ। ਅਯੁੱਧਿਆ 'ਤੇ ਫੈਸਲਾ ਸੁਣਾਉਣ ਵਾਲਾ ਜੱਜ ਆ ਜਿਹੜਾ, ਜਾਂ ਅਡਵਾਨੀ ਵਰਗਾ ਨੂੰ ਬਰੀ ਕਰਨ ਵਾਲਿਆਂ ਨੂੰ ਇੱਥੇ ਪੈਕੇਜ ਦਿੱਤੇ ਜਾਂਦੇ, ਉਹਨਾਂ ਨੂੰ ਗਵਰਨਰ ਲਾ ਦਿੱਤਾ ਜਾਂਦਾ। ਇਸ ਲਈ ਇੱਥੋਂ ਕੀ ਉਮੀਦ ਕਰਾਂਗੇ? ਮੈਂ ਤਾਂ ਇਹੀ ਵਾਰ-ਵਾਰ ਬੇਨਤੀ ਕਰ ਦਿੰਦਾ ਵੀ ਸਿੱਖੋ, ਬਾਬਾ ਜਰਨੈਲ ਸਿੰਘ ਨੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਵੀ ਦੁਨਿਆਵੀ ਅਦਾਲਤਾਂ 'ਚ ਜਿੰਨਾ ਚਿਰ ਸਿੱਖ ਇਕੱਠੇ ਨਹੀਂ ਹੁੰਦੇ, ਕਿਉਂਕਿ ਤੁਹਾਡੇ ਇਕੱਠਾ ਹੋਣਾ ਬੜਾ ਜ਼ਰੂਰੀ ਹੈ। ਸਾਡੇ ਲੋਕ ਪਾਟੇ ਹੋਏ, ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਜਿਹੜੇ ਰਾਜਨੀਤਿਕ ਲੀਡਰ ਆ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਹੈ ਕੌਮ ਪ੍ਰਤੀ। ਇਸੇ ਤਰ੍ਹਾਂ ਸਾਡੇ ਧਾਰਮਿਕ ਲੀਡਰ ਆ, ਉਹਨਾਂ ਨੂੰ ਬੇਨਤੀ ਕਰਦਾ ਨਾ ਵੀ ਜਿੰਨਾ ਚਿਰ ਇਕੱਠੇ ਹੋਣਗੇ ਤਾਂ ਗੱਲ ਬਣੂ, ਨਹੀਂ ਇਕੱਲੇ ਕੁੱਟਾਂ ਖਾਈ ਚੱਲੋ ਤੁਸੀਂ। ਅੱਜ ਫਿਰ ਇਕੱਠੇ ਹੋਏ ਹੋ, ਇੱਕ ਵਾਰ ਫਿਰ ਐਲਾਨ ਕੀਤਾ ਗਿਆ ਕਿ ਹੁਣ ਦੁਬਾਰਾ ਜਿਹੜੀ ਲੜਾਈ ਲੜੀ ਜਾਊਗੀ, ਇਨਸਾਫ ਦੀ ਉਮੀਦ ਕਿੰਨੀ ਹੈ? ਦੇਖੋ ਵੀਰ ਜੀ, ਇਨਸਾਫ ਤਾਂ ਉਦੋਂ ਹੀ ਮਿਲਦਾ ਜਦੋਂ ਤੁਸੀਂ ਸੁਹਿਰਦ ਹੋ,
ਥਾਲੀ 'ਚ ਪਰੋਸ ਕੇ ਕੋਈ ਨਹੀਂ ਹੱਕ ਦਿੰਦਾ, ਹੱਕ ਲੈਣੇ ਪੈਂਦੇ ਆ। ਹੱਕ ਲੈਣ ਲਈ ਤੁਹਾਨੂੰ ਆਪਣਾ ਪੱਖਾ ਮਜ਼ਬੂਤ ਕਰਨਾ ਪੈਂਦਾ। ਇੱਥੇ ਵੋਟਾਂ ਦਾ ਰਾਜ ਆ, ਵੋਟ ਤੰਤਰ ਆ। ਤੁਸੀਂ ਕਿਵੇਂ ਇਕੱਠੇ ਹੋ ਕੇ, ਹੁਣ ਤੁਹਾਡਾ ਜਾਇਜ਼ ਮੰਗਾਂ ਨੇ ਉਹ ਵੀ ਨਹੀਂ ਮੰਗੀਆਂ ਜਾ ਰਹੀਆਂ। ਪੰਜਾਬ ਦੇ ਇੰਨੇ ਮੁੱਦੇ ਨੇ, ਜੇ ਗੱਲ ਕਰਨੀ ਹੋਵੇ ਤਾਂ ਬਹੁਤ ਲੰਮੀ ਗੱਲ ਹੋ ਜਾਣੀ ਆ। ਪੰਜਾਬ ਦੇ ਜਾਇਜ਼ ਮੁੱਦੇ ਆ ਜਿਹੜੇ ਹੱਕ ਨੇ ਉਹ ਵੀ ਅਣਗੌਲਿਆਂ ਕੀਤੇ ਜਾ ਰਹੇ ਆ। ਹੁਣ ਮੈਂ ਅੱਜ ਜਿਹੜਾ ਪੜ੍ਹ ਰਿਹਾ ਸੀਗਾ, ਹੁਣ ਜਿਹੜੇ ਆਗੂ ਆ ਜਿਹੜੇ ਇਹ ਅਸਤੀਫਾ ਦੇਣ ਦੀਆਂ ਗੱਲਾਂ ਕਰਦੇ ਆ। ਰੰਧਾਵੇ ਨੇ ਅਸਤੀਫਾ ਦਿੱਤਾ, ਸੁੱਖੀ ਰੰਧਾਵਾ, ਸੁਨੀਲ ਜਾਖੜ। ਤੇ ਮੈਨੂੰ ਪੁੱਛਣਾ ਵੀ ਇਹੋ ਜਿਹੇ ਖੇਖਣਾ ਕਿਉਂ ਕਰਦੇ ਆ ਇਹ ਲੋਕ? ਇਹ ਕੀ ਇਨਸਾਫ? ਹੁਣ ਤੁਸੀਂ ਇਨਸਾਫ ਦਿਵਾਓਗੇ? ਜਦੋਂ HS ਫੂਲਕਾ ਸਾਹਿਬ ਨੇ ਅਸਤੀਫਾ ਦਿੱਤਾ, ਜਦੋਂ ਸੈਸ਼ਨ ਚੱਲਿਆ ਸੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ, ਉਦੋਂ ਨੇ ਕਿਹਾ ਸੀ ਵੀ ਇਹ ਸਾਰਾ ਪਖੰਡ ਹੋਇਆ, ਕੱਖ ਨਹੀਂ ਹੋਣਾ ਇਹਦੇ 'ਚੋਂ, ਅਸਤੀਫਾ ਦਿਓ, ਬਾਹਰ ਆਓ, ਪ੍ਰੈਸ਼ਰ ਬਿਲਡ ਕਰੋ ਸਰਕਾਰ ਤੇ ਅੱਜ ਅਸਤੀਫਾ ਦੇ ਰਿਹਾ। ਤੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਰਮਨਜੀਤ ਸਿੰਘ ਸਿੱਕੀ ਹੁਣਾਂ ਨੂੰ ਪੁੱਛਣਾ ਚਾਹੁੰਦਾ, ਖੰਡੂਰ ਸਾਹਿਬ ਤੋਂ MLA ਸੀ, ਉਹਨਾਂ ਨੇ ਜਦੋਂ 15 'ਚ ਬੇਅਦਬੀ ਹੋਈ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਨੇ ਕਾਰਨ ਇਹ ਕਿਹਾ ਸੀ ਵੀ ਜਿਹੜੇ ਉਸ ਵਿਧਾਨ ਸਭਾ 'ਚ ਮੈਂ ਨਹੀਂ ਬੈਠ ਸਕਦਾ, ਜਿਹੜੀ ਵਿਧਾਨ ਸਭਾ 'ਚ ਉਹ ਮੁੱਖ ਮੰਤਰੀ ਬੈਠਾ ਹੋਵੇ, ਉਹ ਉਪ ਮੁੱਖ ਮੰਤਰੀ ਬੈਠਾ ਹੋਵੇ, ਉਹ ਕੈਬਨਿਟ ਮੰਤਰੀ ਬੈਠੇ ਹੋਣ, ਜਿਨ੍ਹਾਂ ਕੋਲ ਇੰਨੀਆਂ ਪਾਵਰਾਂ ਹੋਣ ਅਤੇ ਇੰਨੀਆਂ ਪਾਵਰਾਂ ਹੋਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਤੇ ਸਿੱਖਾਂ 'ਤੇ ਗੋਲੀ ਚਲਾਉਣ ਵਾਲੇ ਦੋਸ਼ੀ ਬਾਹਰ ਫਿਰਦੇ, ਉਹਨਾਂ ਨੂੰ ਫੜੇ ਨਾ, ਮੈਂ ਇਸ ਵਿਧਾਨ ਸਭਾ 'ਚ ਮੇਰੀ ਜ਼ਮੀਨ ਨਹੀਂ ਇਜਾਜ਼ਤ ਦਿੰਦੀ। ਅੱਜ ਮੈਂ ਸਿੱਕੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਸਿੱਕੀ ਸਾਹਿਬ ਦੁਬਾਰੇ ਤੁਸੀਂ MLA ਬਣ ਗਏ, ਸੰਗਤ ਨੇ ਤੁਹਾਨੂੰ ਵੋਟਾਂ ਪਾਈਆਂ, ਬ੍ਰਹਮਪੁਰੇ ਦੇ ਲੜਕੇ ਨੂੰ ਹਰਾਇਆ, ਅੱਜ ਤੁਹਾਡੀ ਜ਼ਮੀਰ ਇਜਾਜ਼ਤ ਦੇ ਰਹੀ ਆ। ਅੱਜ ਵੀ ਤਾਂ ਉਸੇ ਵਿਧਾਨ ਸਭਾ ਦੇ ਵਿੱਚ, ਜਿਹਨੂੰ ਤੁਸੀਂ ਪਵਿੱਤਰ ਸਦਨ ਕਹਿੰਦੇ ਹੋ, ਉਸੇ ਸਦਨ ਵਿੱਚ ਮੁੱਖ ਮੰਤਰੀ ਬੈਠਾ। ਕਿ ਉਸ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦਾ ਹੱਥ 'ਚ ਫੜ ਕੇ ਸਹੁੰ ਖਾ ਕੇ ਕਿਹਾ ਸੀ, ਗੁਰਬਾਣੀ ਦੀ ਸਹੁੰ ਖਾ ਕੇ ਦਮਦਮ ਸਾਹਿਬ ਮੂੰਹ ਕਰਕੇ, ਕਿ ਅਸੀਂ ਦੋਸ਼ੀ ਫੜਾਂਗੇ? ਕੀ ਦੋਸ਼ੀ ਫੜੇ ਗਏ? ਕਿਹਾ ਸੀ ਵੀ ਸਿੱਖਾਂ ਨੂੰ ਕਤਲ ਕਰਨ ਵਾਲੇ ਜੇਲ੍ਹਾਂ 'ਚ ਹੋਣਗੇ, ਕਿ ਜੇਲ੍ਹਾਂ 'ਚ ਹੋ ਗਏ? ਕਿ ਸਿੱਕੀ ਸਾਹਿਬ ਹੁਣ ਤੁਹਾਡੀ ਜ਼ਮੀਰ ਮਰ ਗਈ ਜਾਂ ਦੋਸ਼ੀਆਂ ਨੂੰ ਸਜ਼ਾ ਹੋ ਗਈ? ਇਹਨਾਂ 'ਚੋਂ ਇੱਕ ਗੱਲ ਸੰਗਤ ਦੇ ਸਾਹਮਣੇ ਸਿੱਕੀ ਸਾਹਿਬ ਆ ਕੇ ਦੱਸਣ, ਸਿੱਖ ਨੇ ਗਾਤਰਾ ਪਾਉਂਦੇ ਨੇ, ਦਾੜਾ ਰੱਖਿਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਕਿ ਜਾਂ ਫਿਰ ਉਹ ਸਿੱਖਾਂ ਨੂੰ ਆਪਦੀ 2017 ਵਾਲੀ ਜਿੱਤ ਆ ਜਿਹੜੀ ਉਹਨੂੰ ਵੱਡੀ ਕਰਨ ਦੇ ਲਈ, ਉਹਨੂੰ ਪੱਕਿਆਂ ਕਰਨ ਲਈ ਉਹਨਾਂ ਨੇ ਇਮੋਸ਼ਨਲੀ ਪੱਤਾ ਖੇਡਿਆ ਸੀ, ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਸੀਗਾ। ਮੈਨੂੰ ਤਾਂ ਇਹ ਲੱਗਦਾ ਵੀ ਹੁਣ ਇਹੋ ਜਿਹੀਆਂ ਅੱਜ ਜਾਖੜ ਹੁਣ ਇਸਤੀਫੇ ਦੇ ਰਹੇ ਆ, ਰੰਧਾਵੇ ਹੁਣ ਇਸਤੀਫੇ ਦੇ ਰਹੇ ਆ, ਵੀ ਇਹ ਕੈਪਟਨ ਨੂੰ ਇਸਤੀਫੇ ਪੇਸ਼ ਕਰਨ ਦੀ ਕੀ ਲੋੜ ਆ? ਸਿੱਧਾ ਕਾਂਗਰਸ ਨੂੰ ਛੱਡੋ, ਬਾਹਰ ਆਓ, ਐਲਾਨ ਕਰੋ, ਬਾਗੀ ਹੋ ਜਾਓ ਜੇ ਦਰਦ ਤੁਹਾਡੇ ਕੋਲ। ਇਹ ਤਾਂ ਸਿਆਸਤਦਾਨਾਂ ਦੀ ਗੱਲ ਸੀ ਕਿ ਸਿੱਖ ਪ੍ਰਚਾਰਕ ਜਿਸ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਸੀ, ਜਾਂ ਫਿਰ ਭਾਈ ਬਲਜੀਤ ਸਿੰਘ ਦਾਦੂਵਾਲ ਸੀ, ਜਾਂ ਤੁਸੀਂ ਗੱਲ ਕੀਤੀ ਹੈ ਪੰਥਪ੍ਰੀਤ ਹੋਣਾ ਦੀ, ਤਾਂ ਕੀ ਲੱਗਦਾ ਕਿ ਹੁਣ ਉਹ ਦੁਬਾਰਾ ਉਸੇ ਤਰ੍ਹਾਂ ਮੋਰਚੇ ਜਿਹੜੇ ਆ ਲਾਉਣਗੇ ਕਿ ਇਨਸਾਫ ਮਿਲ ਸਕੇ ਇਸ ਮਸਲਿਆਂ ਦੇ ਉੱਤੇ? ਵੀਰ ਜੀ ਦੇਖੋ, ਮੈਂ ਦੂਜਿਆਂ ਦੀ ਗੱਲ ਨਹੀਂ ਕਰ ਸਕਦਾ, ਮੈਂ ਤਾਂ ਜਿੱਥੇ ਆਪ ਦੀ ਜ਼ਮੀਰ ਇਜਾਜ਼ਤ ਦਿੰਦੀ ਹੈ, ਜਿੰਨੇ ਕੁ ਜੋਗੇ ਹੈਗੇ ਆ, ਜੈਸਾ ਬਿੱਤ ਦੇ ਤੈਸਾ ਹੋਏ ਵਰਤਾ, ਆਪਣਾ ਬਲ ਨਹੀਂ ਹਾਰਿਆ। ਗੁਰੂ ਸਾਹਿਬ ਨੇ ਕਿਹਾ ਜਿੰਨਾ ਤੇਰੇ ਅੰਦਰ ਸਮਰੱਥਾ ਬੋਲਣ ਦੀ ਹੈ ਨਾ, ਤੇ ਉਹ ਤੂੰ ਆਪਣੀ ਕੋਸ਼ਿਸ਼ ਕਰ, ਜਿੰਨਾ ਵੀ ਤੂੰ ਯੋਗਦਾਨ ਪਾ ਸਕਦਾ। ਹੁਣ ਤੇ ਇਹਨਾਂ ਨੂੰ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਸਭ ਦੇ ਨੇ, ਹੈ ਨਾ। ਹੁਣ ਜੇ ਬਰਗਾੜੀ ਵੀ ਮੋਰਚਾ ਲੱਗ ਗਿਆ ਸੀ, ਐਡਾ ਵੱਡਾ ਰੋਹ ਬਣ ਗਿਆ ਸੀ, ਸੰਗਤ ਸਹਿਯੋਗ ਦੇਣ ਲੱਗ ਗਈ ਸੀ, ਉਦੋਂ ਬਿਨਾਂ ਕੋਈ ਪਰਮਾਨੈਂਟ ਕੋਈ ਠੋਸ ਕੋਈ ਗੱਲ ਕਰਿਆ ਉਹ ਚੱਕ ਲਿਆ ਧਰਨਾ। ਉਹ ਤੋਂ ਬਾਅਦ ਅਸਲ ਸਿੱਖ ਸੰਗਤਾਂ 'ਚ ਵੀ ਨਿਰਾਸ਼ਾ ਫੈਲੀ। ਮੈਂ ਕਦੇ ਵੀ ਸਿੱਖ ਸੰਗਤਾਂ ਨੂੰ ਦੋਸ਼ੀ ਨਹੀਂ ਕਹਿੰਦਾ ਹੁੰਦਾ। ਆਗੂ ਜਿਹੜੇ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ, ਉਹਨਾਂ ਨੇ ਕਦੇ ਵੀ ਸਿੱਖ ਸੰਗਤਾਂ ਦੇ ਜਜ਼ਬਾਤਾਂ ਨਾਲ ਇਨਸਾਫ ਨਹੀਂ ਕੀਤਾ। ਇਸ ਲਈ ਉਹ ਸਾਰਿਆਂ ਨੂੰ ਚਾਹੀਦਾ, ਮੈਂ ਤਾਂ ਆਪ ਜੀ ਦੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਵੀ ਆਓ ਨਿੱਠ ਕੇ ਇਕੱਠੇ ਹੋ ਕੇ ਲੜੀਏ। ਹੁਣ ਪਹਿਲਾਂ ਇਹ ਪ੍ਰੋਗਰਾਮ ਦਿੱਤਾ ਹੈਗਾ 30 ਮਈ ਵਾਲਾ, ਉਹ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਦਿੱਤਾ ਜਾਂਦਾ? ਆਪਣੇ ਵਿੱਤ ਸਮਰੱਥਾ ਮੁਤਾਬਕ ਇਮਾਨਦਾਰੀ ਨਾਲ ਇਹ 'ਚ ਯੋਗਦਾਨ ਪਾਓ। ਮੇਰੇ ਨਾਲ ਅੱਜ ਕਿੰਨੀਆਂ ਇੱਥੇ ਜਿਹੜੀਆਂ ਹੈਗੀਆਂ ਨੇ ਸਿੱਖ ਸੰਸਥਾਵਾਂ ਆਈਆਂ, ਕਿੰਨੇ ਰਾਜਨੀਤਿਕ ਲੀਡਰ ਆਏ, ਕਈਆਂ ਨਾਲ ਮੇਰੀ ਵਿਚਾਰਧਾਰਕ ਮਤਭੇਦ ਨੇ, ਨਹੀਂ ਸਾਡੇ ਆਪਸ ਵਿੱਚ ਵਿਚਾਰ ਮਿਲਦੇ, ਪਰ ਇਸ ਮੁੱਦੇ ਤੇ ਅਸੀਂ ਸਾਰੇ ਇਕੱਠੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ, ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਹੈਗਾ ਵਿਰੋਧ ਕੀਤਾ ਜਾਵੇ, ਜਲੂਸ ਕੱਢਿਆ ਜਾਵੇ। ਇਹਦੇ ਲਈ ਮੈਂ ਤਾਂ ਆਪ ਜੀ ਦੇ ਮਾਧਿਅਮ ਰਾਹੀਂ ਉਹਨਾਂ ਸਾਰੇ ਸਿੱਖ ਜਥੇਬੰਦੀਆਂ, ਪ੍ਰਚਾਰਕਾਂ, ਆਗੂਆਂ ਨੂੰ ਬੇਨਤੀ ਕਰੂੰਗਾ, ਈਵਨ ਰਾਜਨੀਤਿਕ ਆਗੂਆਂ ਨੂੰ ਵੀ, ਸਾਰਿਆਂ ਨੂੰ, ਉਹ ਸਾਰੇ ਇੱਕ ਮੰਚ ਤੇ ਆਉਣ, ਇਕੱਠੇ ਹੋਈਏ, ਇਹਨੂੰ ਆਪਾਂ ਗੱਲ ਨੂੰ ਵੱਡੇ ਲੈਵਲ ਤੇ ਲੈ ਕੇ ਜਾਈਏ, ਦੁਨੀਆ ਦੇ ਲੋਕਾਂ ਨੂੰ ਦੱਸੀਏ। ਕਿਉਂਕਿ ਰਾਜਨੀਤਿਕ ਲੀਡਰ ਆ ਜਿਹੜੇ ਵੋਟਾਂ ਤੋਂ ਡਰਦੇ ਹੁੰਦੇ, ਕੋਈ ਸ਼ੱਕ ਨਹੀਂ। ਤੇ ਹੁਣ ਜੇ ਵੋਟਾਂ ਵੀ ਆਉਣ ਵਾਲੀਆਂ, ਆਪਾਂ ਪ੍ਰੈਸ਼ਰ ਬਿਲਡ ਕਰੀਏ ਵੀ ਭਾਈ ਦੱਸੋ, ਤੁਸੀਂ ਲੋਕਾਂ ਦੀ ਕਚਹਿਰੀ ਲਾ ਕੇ ਉਹਨਾਂ ਨੂੰ ਪੁੱਛੀਏ ਵੀ ਤੁਸੀਂ 4 ਸਾਲਾਂ 'ਚ ਕੀ ਫੈਸਲਾ ਦਿੱਤਾ। ਕੈਪਟਨ ਨੂੰ ਵੀ ਪੁੱਛੀਏ, ਬਾਦਲ ਨੂੰ ਵੀ ਪੁੱਛੀਏ, ਇਕੱਠੇ ਹੋਈਏ। ਬਿਲਕੁਲ, ਇਹ ਸਨ ਸਿੱਖ ਪ੍ਰਚਾਰਕ ਹਰਜੀਤ ਸਿੰਘ ਦੁਪਾਲੀ, ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਨਸਾਫ ਹੁਣ ਤੱਕ ਦੀਆਂ ਜਿੰਨੀਆਂ SIT ਬੈਠੀਆਂ, ਹੁਣ ਤੱਕ ਜਿੰਨੇ ਕਮਿਸ਼ਨ ਬਿਠਾਏ ਗਏ ਇਸ ਮਸਲੇ ਤੇ, ਉਹਨਾਂ ਦੇ ਵੱਲੋਂ ਜੋ ਵੀ ਜਾਂਚ ਕੀਤੀ ਗਈ ਆ ਉਸ ਦੇ ਮੁਤਾਬਕ ਇਨਸਾਫ ਜਿਹੜਾ ਹਾਲੇ ਤੱਕ ਉਹ ਨਹੀਂ ਮਿਲਿਆ। ਔਰ ਇਨਸਾਫ ਉਨੀ ਦੇਰ ਤੱਕ ਨਹੀਂ ਮਿਲਣਾ ਜਿੰਨੀ ਦੇਰ ਤੱਕ ਸਾਰੇ ਜਣੇ ਇੱਕ ਮੰਚ ਤੇ ਆ ਕੇ ਇਸ ਇਨਸਾਫ ਦੀ ਲੜਾਈ ਨੂੰ ਨਹੀਂ ਲੜਦੇ। ਇਹਨਾਂ ਨੇ ਸਿਆਸਤਦਾਨਾਂ ਨੂੰ ਵੀ ਅਪੀਲ ਕੀਤੀ ਹੈ, ਸਿੱਖ ਪ੍ਰਚਾਰਕਾਂ ਨੂੰ ਵੀ ਕਿਹਾ, ਆਮ ਲੋਕਾਂ ਨੂੰ ਵੀ ਕਿਹਾ, ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਸਾਰੇ ਜਣੇ ਇੱਕ ਵਾਰ ਫਿਰ ਲਾਮਬੰਦ ਹੋਵੋ, ਇਹ ਲੜਾਈ ਲੜੋ, ਤਾਂ ਹੀ ਜਿਹੜਾ ਇਨਸਾਫ ਦੀ ਉਮੀਦ ਉਹ ਵੱਜ ਸਕਦੀ ਹੈ। ਸਵਾਲ ਵੱਡਾ ਉਹੀ ਹੈ ਕਿ ਇਨਸਾਫ ਇਸ ਮਸਲੇ ਦੇ ਉੱਤੇ ਕਦੋਂ ਮਿਲੇਗਾ, ਕਿਉਂਕਿ ਤਕਰੀਬਨ 5 ਸਾਲ ਇਸ ਮਸਲੇ ਨੂੰ ਹੋ ਚੱਲੇ ਆ, ਪਰ ਇਸ ਦੇ ਬਾਵਜੂਦ ਵੀ ਹਾਲੇ ਗੱਲ ਐਂ ਲੱਗਦਾ ਕਿ ਬਸ ਉੱਥੇ ਦੇ ਉੱਥੇ ਹੀ ਖੜੀ ਹੈ। ਪੀੜਤ ਧਿਰ ਦੇ ਵੱਲੋਂ ਕਈ ਤਰ੍ਹਾਂ ਦੇ ਬਿਆਨ ਜਿਹੜੇ SIT ਦੇ ਕੋਲ ਦਰਜ ਕਰਾ ਦਿੱਤੇ ਗਏ, ਪਰ ਹੁਣ ਹਾਈ ਕੋਰਟ ਦੇ ਵੱਲੋਂ ਜੋ SIT ਕੁੰਵਰ ਵਿਜੇ ਪ੍ਰਤਾਪ ਦੇ ਅਧੀਨ ਬਣੀ ਹੋਈ ਸੀ, ਉਹਨਾਂ ਦੀ ਜਿਹੜੀ ਜਾਂਚ ਰਿਪੋਰਟ ਖਾਰਜ ਕੀਤੀ ਗਈ ਆ, ਉਸ ਤੋਂ ਬਾਅਦ ਪੀੜਤ ਧਿਰ ਵੀ ਨਿਰਾਸ਼ ਨੇ। ਔਰ ਉਹ ਕਹਿੰਦੇ ਆ ਕਿ ਜੇਕਰ ਦੁਬਾਰਾ ਹੁਣ ਕੋਈ SIT ਬਣਦੀ ਹੈ ਤਾਂ ਅਸੀਂ ਉਹਨਾਂ ਦੇ ਅੱਗੇ ਬਿਆਨ ਦੇਣ ਦੇ ਲਈ ਵੀ ਨਹੀਂ ਜਾਵਾਂਗੇ, ਕਿਉਂਕਿ
ਇਨਸਾਫ ਦੀ ਉਡੀਕ ਕਰਦੇ ਕਰਦੇ ਉਹ ਵੀ ਕਿਤੇ ਨਾ ਕਿਤੇ ਅੱਕ ਚੁੱਕਿਆ। ਇਸ ਕਰਕੇ ਇਨਸਾਫ ਕਦੋਂ ਮਿਲਦਾ ਹੈ ਇਹ ਵੇਖਣਾ ਹੋਏਗਾ, ਪਰ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਇਹ ਮਸਲਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਉੱਭਰੇਗਾ, ਕਿਉਂਕਿ 2022 ਦੀਆਂ ਚੋਣਾਂ ਵੀ ਅੱਗੇ ਆ ਰਹੀਆਂ ਨੇ ਔਰ ਸਿਆਸਤਦਾਨਾਂ ਨੂੰ ਵੀ ਇਸ ਮਸਲੇ ਦੇ ਉੱਤੇ ਭਾਜਣਾ ਪੈਣਗੀਆਂ। ਕੈਮਰਾਮੈਨ ਪੰਕਜ ਦੇ ਨਾਲ ਮੈਂ ਜਤਿੰਦਰ ਸਿੰਘ, ਸਾਂਝਾ ਟੀਵੀ ਮੋਹਾਲੀ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।